ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੋਂ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਹਿੰਡੋਲ ਮਹੱਲਾ ਪਹਿਲਾ। ਸਾਚਾ ਸ਼ਾਹ ਗੁਰੂ ਸੁਖ ਦਾਤਾ, ਹਰ ਮੇਲੇ ਭੁੱਖ ਗਵਾਏ। ਕਰ ਕਿਰਪਾ ਹਰ ਭਗਤ ਦ੍ਰਿੜਾਏ, ਅਨ ਦਿਨ ਹਰ ਗੁਣ ਗਾਏ। ਮਤ ਭੁੱਲਹਿ ਰੇ ਮਨ ਚੇਤ ਹਰੀ, ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ। ਗੁਰਮੁਖ ਪਾਈਐ ਨਾਮ ਹਰੀ ਰਹਾਉ, ਬਿਨ ਭਗਤੀ ਨਹੀਂ ਸਤਿਗੁਰ ਪਾਈਐ। ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸਤ ਸੰਗ ਨ ਪਾਈਐ। ਕਰਮ ਮਿਲੈ ਹਰ ਨਾਮ ਹਰੀ, ਘਟ ਘਟ ਗੁਪਤ ਉਪਾਏ ਵੇਖੈ। ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰਹਿ ਸੋ ਹਰ ਰੰਗ ਪੀਨੇ। ਹਰ ਜਲ ਅੰਮ੍ਰਿਤ ਨਾਮ ਮਨਾ, ਜਿਨ ਕੋ ਤਖਤ ਮਿਲੈ ਵਡਿਆਈ। ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਪਹੇ ਸੇ ਪਾਰਸ। ਨਾਨਕ ਹਰ ਗੁਰ ਸੰਗ ਥੀਏ, ਜਿਨ ਕੋ ਤਖਤ ਮਿਲੀ ਵਡਿਆਈ। ਜਿਨ ਕੋ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ। ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ
ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਬੈਠੇ ਅਤੀ ਸਤਿਕਾਰਯੋਗ ਸਤ ਸੰਗੀ ਪਿਆਰਿਓ, ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਗੁਰਬਾਣੀ ਦਾ ਕੀਰਤਨ, ਲੜੀਵਾਰ ਗੁਰਬਾਣੀ ਦੇ ਗੁਰ ਸ਼ਬਦਾਂ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਬੜੀ ਇਕਾਗਰਤਾ ਦੇ ਨਾਲ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ ਸਾਧ ਸੰਗਤ। ਆਓ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਅਸੀਂ ਗੁਰੂ ਨਾਨਕ ਸਾਹਿਬ ਪਿਤਾ ਜੀ ਮਹਾਰਾਜ ਸਤਿਗੁਰੂ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਬਦ ਬਸੰਤ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪਾਵਨ ਅੰਗ 1171 ਅਤੇ 1172 ਦੇ ਉੱਪਰ ਸ਼ੁਭਾਇਮਾਨ ਹੈ। ਆਓ ਸਾਧ ਸੰਗਤ ਇਹਨਾਂ ਪਾਵਨ ਅਮੋਲਕ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਮਤ ਭੁੱਲਹਿ ਰੇ ਮਨ ਚੇਤ ਹਰੀ, ਬਿਨ ਗੁਰ ਮੁਕਤ ਨਾਹੀ ਤਰੈ ਲੋਈ, ਗੁਰਮੁਖ ਪਾਈਐ ਨਾਮ ਹਰੀ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸਮੁੱਚੀ ਬਾਣੀ ਦੇ ਅੰਦਰ ਇੱਕ ਨਹੀਂ ਅਨੇਕਾਂ ਥਾਵਾਂ ਤੇ ਮਨੁੱਖ ਨੂੰ ਸੁਚੇਤ ਕੀਤਾ ਗਿਆ, ਮਨੁੱਖ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਹੇ ਮਨੁੱਖ, ਇੱਕ ਵੱਡਾ ਯਤਨ ਕਰ ਆਪਣੀ ਜ਼ਿੰਦਗੀ ਦੇ ਅੰਦਰ ਕਿ ਤੂੰ ਜਿਸ ਕਾਰਜ ਲਈ ਦੁਨੀਆ ਤੇ ਆਇਆ ਉਹ ਕਾਰਜ ਕਰਨਾ ਕਰ। ਜੇ ਉਹ ਕਾਰਜ ਤੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਦਾ ਤੇ ਤੇਰੇ ਇਸ ਦੁਨੀਆ ਤੇ ਆਉਣ ਦਾ ਲਾਭ ਕੀ ਹੈ? ਮੈਂ ਕੱਲ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਮਿੱਥੀ ਹੋਈ ਮੰਜ਼ਿਲ ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਮੰਜ਼ਿਲ ਦਾ ਮਿੱਥਣਾ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੁੰਦਾ ਹੈ। ਸਾਡਾ ਇਸ ਜੀਵਨ ਤੇ ਆਉਣਾ ਔਰ ਸਾਡੀ ਮੰਜ਼ਿਲ ਕੀ ਹੈ, ਰਸਤਾ ਕੀ ਹੈ, ਸਾਰਾ ਕੁਝ ਗੁਰੂ ਸਾਹਿਬ ਨੇ ਦੱਸਿਆ। ਬਸ ਸਾਨੂੰ ਤੁਰਨ ਦੀ ਲੋੜ ਹੈ। ਗੁਰੂ ਸਾਹਿਬ ਨੇ ਸਾਰਾ ਕੁਝ ਸਾਨੂੰ ਦੱਸਿਆ। ਜਿਹੜੀ ਸਾਡੀ ਰੂਟੀਨ ਦੀ ਬਾਣੀ ਹੈ, ਜਿਹੜੀ ਅਸੀਂ ਰੋਜ਼ਾਨਾ ਬਾਣੀ ਪੜ੍ਹਦੇ ਹਾਂ ਨਾ, ਸੋਦਰ ਦੀ ਪਾਵਨ ਬਾਣੀ ਦੇ ਅੰਦਰ ਬੜੇ ਪਿਆਰੇ ਸ਼ਬਦ ਆ, ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਕੀ ਹੈ ਜੀ? ਮੰਜ਼ਿਲ ਹੈ। ਤੇ ਮਾਲਕ ਜੀ ਜੇ ਇਹ ਮੰਜ਼ਿਲ ਹੈ ਤੇ ਫਿਰ ਮੰਜ਼ਿਲ ਵਾਸਤੇ ਰਸਤੇ ਦਾ ਹੋਣਾ ਬੜਾ ਜ਼ਰੂਰੀ ਹੈ। ਰਸਤਾ ਨਹੀਂ ਹੋਏਗਾ ਤੇ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਰਸਤੇ ਤੋਂ ਬਗੈਰ ਮੰਜ਼ਿਲਾਂ ਤੇ ਨਹੀਂ ਪਹੁੰਚਿਆ ਜਾ ਸਕਦਾ। ਜਿਹੜਾ ਮਨੁੱਖ ਰਸਤਾ ਭੁੱਲ ਜਾਏ ਉਹ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇਸ ਕਰਕੇ ਰਸਤੇ ਦਾ ਹੋਣਾ ਜ਼ਰੂਰੀ ਹੈ ਔਰ ਰਸਤੇ ਦਾ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਮੰਜ਼ਿਲ ਦੇ ਲਈ ਰਸਤੇ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਰਸਤੇ ਦਾ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਦੋਵੇਂ ਗੱਲਾਂ ਜ਼ਰੂਰੀ ਨੇ। ਰਾਹ ਵੀ ਹੋਣਾ ਚਾਹੀਦਾ ਔਰ ਉਸ ਰਾਹ ਬਾਰੇ ਸਾਨੂੰ ਜਾਣਕਾਰੀ ਵੀ ਹੋਣੀ ਚਾਹੀਦੀ। ਗੁਰੂ ਸਾਹਿਬ ਏਡੇ ਦੂਰ ਅੰਦੇਸ਼ੀ ਦੇ ਮਾਲਕ ਆ ਕਿ ਮਾਲਕ ਜੀ ਨੇ ਆਖਿਆ ਕਿ ਕਿਤੇ ਦੁਨੀਆ ਤੇ ਰਹਿਣ ਵਾਲਾ ਮਨੁੱਖ ਦੁਬਿਧਾ ਦੇ ਵਿੱਚ ਨਾ ਪੈ ਜਾਏ। ਇਸ ਕਰਕੇ ਗੁਰੂ ਸਾਹਿਬ ਨੇ ਪਤਾ ਕੀ ਕੀਤਾ, ਮੰਜ਼ਿਲ ਵੀ ਦੱਸੀ ਤੇ ਰਾਹ ਵੀ ਦੱਸਿਆ। ਹੁਣ ਦੱਸੋ ਇਹਦੇ ਤੋਂ ਸੌਖੀ ਕੀ ਗੱਲ ਹੋ ਸਕਦੀ ਹੈ? ਕੋਈ ਬੰਦਾ ਆਖੇ ਕਿ ਭਾਈ ਸਾਹਿਬ ਜੀ ਤੁਸੀਂ ਫਲਾਣੀ ਥਾਂ ਤੇ ਜਾਣਾ ਤੇ ਰਾਹ ਵੀ ਆ ਹੈ, ਫਿਰ ਦੱਸੋ ਔਖਾ ਕੀ ਹੈ? ਕੋਈ ਔਖਾ ਨਹੀਂ ਹੈ, ਕਿਉਂਕਿ ਮੰਜ਼ਿਲ ਵੀ ਦੱਸ ਦਿੱਤੀ ਗਈ ਹੈ, ਰਾਹ ਵੀ ਦੱਸ ਦਿੱਤਾ ਗਿਆ। ਹੁਣ ਤਾਂ ਕੋਈ ਔਖਾ ਨਹੀਂ, ਬੰਦਾ ਜਾ ਸਕਦਾ। ਗੁਰੂ ਸਾਹਿਬ ਨੇ ਵੀ ਇਸੇ ਤਰ੍ਹਾਂ ਕੀਤਾ, ਮੰਜ਼ਿਲ ਵੀ ਦੱਸੀ ਤੇ ਰਾਹ ਵੀ ਦੱਸਿਆ। ਹੁਣ ਦੱਸੋ ਔਖਾ ਕੀ ਹੈ? ਕੁਝ ਵੀ ਔਖਾ ਨਹੀਂ ਹੈ। ਪਰ ਬੰਦਾ ਅਜੇ ਵੀ ਇਹਨੂੰ ਔਖਾ ਸਮਝ ਕੇ ਬੈਠਾ ਹੈ, ਅਜੇ ਵੀ ਆਪਣੀ ਮੰਜ਼ਿਲ ਤੇ ਪਹੁੰਚਣਾ ਨਹੀਂ ਚਾਹੁੰਦਾ ਹੈ। ਧਿਆਨ ਨਾਲ ਮੰਜ਼ਿਲ ਸੁਣਿਓ, ਫਿਰ ਧਿਆਨ ਨਾਲ ਰਸਤਾ ਸੁਣਿਓ। ਗੁਰੂ ਸਾਹਿਬ ਜੀ ਕਹਿੰਦੇ ਆ, ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਦੇਹੀ ਦੀ ਮੰਜ਼ਿਲ ਕੀ ਹੈ?
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਮਾਲਕ ਜੀ ਰਸਤਾ ਵੀ ਦੱਸ ਦਿਓ। ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਰਸਤੇ ਤੇ ਜਿਹੜਾ ਤੁਰਦਾ ਹੈ ਉਹ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਰਸਤਾ ਵੀ ਦੱਸ ਦਿੱਤਾ, ਮੰਜ਼ਿਲ ਵੀ ਦੱਸ ਦਿੱਤੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਧਰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਧਰ ਸ਼ਬਦ ਗੋਬਿੰਦ ਵਰਤ ਦਿੱਤਾ, ਇੱਧਰ ਪ੍ਰਭ ਸ਼ਬਦ ਵਰਤ ਦਿੱਤਾ। ਇੱਧਰ ਸ਼ਬਦ ਪ੍ਰਭ ਵਰਤ ਦਿੱਤਾ, ਉਧਰ ਗੋਬਿੰਦ ਵਰਤ ਦਿੱਤਾ। ਦੋਵੇਂ ਸ਼ਬਦ ਰੱਬ ਨੂੰ ਜਿਹੜੇ ਆ ਮੁਤਾਜ ਕਰਕੇ ਵਰਤੇ ਗਏ, ਰੱਬ ਦੇ ਲਈ ਵਰਤੇ ਗਏ। ਹੁਣ ਸਾਧ ਸੰਗਤ ਰਸਤਾ ਵੀ ਲੱਭ ਗਿਆ, ਮੰਜ਼ਿਲ ਦਾ ਵੀ ਪਤਾ ਲੱਗ ਗਿਆ। ਹੁਣ ਤੁਰਨਾ ਸ਼ੁਰੂ ਕਰੀਏ। ਤੁਰਨਾ ਬਹੁਤ ਜ਼ਰੂਰੀ ਹੈ। ਜਿਹੜਾ ਤੁਰਦਾ ਨਹੀਂ ਉਹ ਮੰਜ਼ਿਲਾਂ ਤੇ ਨਹੀਂ ਪਹੁੰਚਿਆ ਕਰਦਾ। ਘਰ ਵਿੱਚ ਐਡਮਿਸ਼ਨ ਕਰਵਾ ਲਿਆ, ਬੱਚੇ ਨੇ ਐਡਮਿਸ਼ਨ ਕਰਵਾ ਲਿਆ, ਘਰ ਵਿੱਚ ਕਿਤਾਬਾਂ ਲਿਆ ਕੇ ਰੱਖ ਲਈਆਂ। ਜੇ ਕਿਤਾਬਾਂ ਨੂੰ ਪੜ੍ਹਿਆ ਨਹੀਂ ਤੇ ਸੁਭਾਵਿਕ ਜੀ ਗੱਲ ਹੈ ਉਹ ਐਗਜ਼ਾਮ ਦੇ ਅੰਦਰ ਕਦੇ ਵੀ ਪਾਸ ਨਹੀਂ ਹੋ ਸਕਦਾ। ਉਹ ਸੋਹਣੇ ਨੰਬਰ ਨਹੀਂ ਲਿਆ ਸਕਦਾ ਜੇ ਉਹਨੇ ਕਿਤਾਬਾਂ ਨੂੰ ਪੜ੍ਹਿਆ ਨਹੀਂ। ਇਕੱਲੇ ਐਡਮਿਸ਼ਨ ਕਰਵਾਉਣ ਦੇ ਨਾਲ, ਕਿਤਾਬਾਂ ਘਰ ਵਿੱਚ ਰੱਖਣ ਨਾਲ ਗੱਲ ਨਹੀਂ ਬਣੇਗੀ, ਪੜ੍ਹਨਾ ਪਏਗਾ। ਉਹ ਪੜ੍ਹਨਾ ਉਹਦੇ ਲਈ ਤੁਰਨਾ ਹੈ। ਪੜ੍ਹਨਾ ਉਸ ਮਨੁੱਖ ਲਈ, ਉਸ ਬੱਚੇ ਲਈ ਤੁਰਨਾ ਹੋ ਜਾਂਦਾ ਹੈ। ਜਦੋਂ ਉਹ ਤੁਰੇਗਾ ਤੇ ਪੱਕੀ ਗੱਲ ਹੈ ਜੀ, ਉਹ ਜਿਸ ਕਲਾਸ ਵਿੱਚ ਉਹਨੇ ਐਡਮਿਸ਼ਨ ਕਰਵਾਇਆ ਹੈ ਉਹ ਉਸ ਕਲਾਸ ਨੂੰ ਪਾਰ ਕਰ ਸਕਦਾ, ਉਸ ਮੰਜ਼ਿਲ ਨੂੰ ਪਾ ਸਕਦਾ। ਜੇ ਮੈਂ ਸ਼ਬਦ ਵਰਤਾਂ ਹੁਣ ਸਾਡੇ ਹਾਲਾਤ ਇਹ ਨੇ ਕਿ ਅਸੀਂ ਕਿਤਾਬਾਂ ਵੀ ਲਿਆ ਕੇ ਰੱਖ ਲੈਂਦੇ ਹਾਂ, ਐਡਮਿਸ਼ਨ ਵੀ ਕਰਵਾ ਲੈਂਦੇ ਹਾਂ, ਪੜ੍ਹਨਾ ਨਹੀਂ ਚਾਹੁੰਦੇ, ਪਾਵਰਾਹ 'ਤੇ ਨਹੀਂ ਤੁਰਨਾ ਚਾਹੁੰਦੇ। ਹੁਣ ਸਾਡੇ ਕੋਲ ਰਾਹ ਵੀ ਹੈਗਾ ਸੀ, ਕਿਤਾਬਾਂ, ਮੰਜ਼ਿਲ ਵੀ ਸਾਡੀ ਸੀ, ਐਡਮਿਸ਼ਨ ਕਰਵਾਇਆ ਸੀ, ਇਗਜ਼ਾਮ ਸਾਡੀ ਮੰਜ਼ਿਲ ਸੀ। ਇਗਜ਼ਾਮ ਤੱਕ ਜਿਹੜਾ ਸੀ ਪਾਸ, ਜਿਹੜਾ ਸਾਡੇ ਕੋਲ ਸਰਟੀਫਿਕੇਟ ਮਿਲਣਾ ਸੀ, ਸਾਨੂੰ ਜਿਹੜੀ ਮਾਰਕਸ਼ੀਟ ਮਿਲਣੀ ਸੀ ਸਾਨੂੰ, ਉਹ ਸਾਡੇ ਲਈ ਮੰਜ਼ਿਲ ਸੀ। ਕਿਤਾਬਾਂ ਦੇ ਜ਼ਰੀਏ ਅਸੀਂ ਉਸ ਮੰਜ਼ਿਲ ਤੱਕ ਪਹੁੰਚਣਾ ਸੀ। ਰਸਤਾ ਵੀ ਹੈਗਾ ਸੀ, ਮੰਜ਼ਿਲ ਵੀ ਹੈਗੀ ਸੀ, ਸਾਰਾ ਕੁਝ ਹੈਗਾ ਸੀ, ਸਾਰਾ ਕੁਝ ਸਾਡੇ ਕੋਲ ਸੀ। ਪਰ ਹੋਣ ਦੇ ਬਾਵਜੂਦ ਵੀ ਅਸੀਂ ਤੁਰਨ ਦਾ ਯਤਨ ਨਹੀਂ ਕੀਤਾ। ਹੁਣ ਗਲਤੀ ਬੰਦੇ ਦੀ ਆ, ਹੁਣ ਗਲਤੀ ਸਕੂਲ ਵਾਲਿਆਂ ਦੀ ਨਹੀਂ, ਘਰ ਵਾਲਿਆਂ ਦੀ ਨਹੀਂ, ਕਿਸੇ ਦੀ ਵੀ ਗਲਤੀ ਨਹੀਂ ਆ। ਗਲਤੀ ਬੰਦੇ ਦੀ ਆ ਕਿ ਤੁਰਿਆ ਨਹੀਂ ਬੱਚਾ, ਗਲਤੀ ਉਹਦੀ ਆ। ਇੱਦਾਂ ਹੀ ਰੱਬ ਨੇ ਜੇ ਰਾਹ ਦੱਸਿਆ, ਰੱਬ ਨੇ ਜੇ ਮੰਜ਼ਿਲ ਦੱਸੀ, ਗੁਰੂ ਸਾਹਿਬ ਜੀ ਜੇ ਰਾਹ ਦੱਸਦੇ ਆ, ਮੰਜ਼ਿਲਾਂ ਦੱਸਦੇ ਆ, ਤੇ ਪਿਆਰਿਓ ਜੇ ਨਹੀਂ ਕੋਈ ਤੁਰਦਾ ਤੇ ਉਹ ਗਲਤੀ ਇਨਸਾਨ ਦੀ ਆ, ਮਨੁੱਖ ਦੀ ਆ, ਉਹ ਕਿਸੇ ਰੱਬ ਜਾਂ ਗੁਰੂ ਦੀ ਨਹੀਂ ਆ ਕਿ ਮੈਨੂੰ ਰੱਬ ਨਹੀਂ ਮਿਲਿਆ। ਵੈਸੇ ਵੀ ਰੱਬ ਬਾਹਰੋਂ ਲੱਭਣ ਦੀ ਲੋੜ ਵੀ ਨਹੀਂ ਸੀ, ਆਪਣੇ ਅੰਦਰੋਂ ਹੀ ਲੱਭਣਾ ਸੀ। ਪਰ ਬੰਦੇ ਨੇ ਕਦੇ ਯਤਨ ਨਹੀਂ ਕੀਤਾ। ਸਾਧ ਸੰਗਤ, ਯਤਨ ਕਰਨ ਵਾਸਤੇ ਕਦੇ ਤੁਰਿਆ ਨਹੀਂ ਮਨੁੱਖ। ਖੈਰ, ਗੁਰੂ ਕਿਰਪਾ ਕਰੇ। ਅੱਜ ਦੇ ਇਸ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ ਉਹ ਹੈ, ਕਹਿੰਦੇ ਮਤ ਭੁੱਲੈ ਰੇ ਮਨ ਚੇਤ ਹਰੀ ਚੇਤੇ ਕਰ। ਚੇਤੇ ਕਰਨਾ ਹੀ ਤੇਰੇ ਵਾਸਤੇ ਬਸ ਮੰਜ਼ਿਲ ਹੈ। ਜੇ ਚੇਤੇ ਕਰੀ ਜਾਏਗਾ ਤੂੰ ਤੁਰਿਆ ਜਾਏਗਾ, ਤੁਰਿਆ ਜਾਏਗਾ, ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਏਗਾ। ਆਪਣੇ ਆਪੇ ਦੀ ਖੋਜ ਕਰਦਾ ਕਰਦਾ ਇੱਕ ਦਿਨ ਆਪਣੇ ਆਪ ਵਿੱਚ ਸਮਾ ਜਾਏਗਾ। ਸਮਝ ਲੈ ਤੂੰ ਮੰਜ਼ਿਲ ਤੱਕ ਪਹੁੰਚ ਗਿਆ। चेतना है तो चेत लै निस दिन में प्राणी। चेतना है तो चेत, चेते कर निस दिन में प्राणी। छिन छिन मालिक जी क्यों चेते करिए? कहानी बड़ी अजीबो गरीब है, ध्यान नाल सुनियो। चेतना है तो चेत लै निस दिन में प्राणी। निस दिन, दिन ते रात, दिन में प्राणी। मालिक जी दिन ते रात क्यों चेते करिए? कहते छिन छिन औद बिहात है फूटे घट ज्यों पानी। घड़ा भरिया होवे ते सैड तो तिड़किया होवे। घड़ा पानी नाल भरिया होवे, सैड तो तिड़किया होवे, ये कहा जा सकता दावे नाल कि पानी इहदे विच टिकिया रहेगा। हौली हौली उन्हें पानी ने बाहर आ जाना, बूंद बूंद करके उन्हें बाहर आ जाना। जे बूंद बूंद करके समुंदर भर सकता है ना, बूंद बूंद करके बाहर कड्डोगे तो बाहर भी आ सकता है। घड़े का पानी जे घड़ा तिड़किया है तो घड़ा भरिया है तो ये सोचो कि यदा पानी बाहर आ रहा तो हुण ये भरिया नहीं रह जाएगा। उदाहरण बड़े कमाल दी दिती। छिन छिन औद बिहात है। उम्र घटती जा रही है। मालिक जी किवें घट रही है उम्र?
ਫੂਟੇ ਘਟ ਜਿਉਂ ਪਾਣੀ, ਜਿਵੇਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਨਿਕਲਦਾ ਜਾ ਰਿਹਾ, ਇਦਾਂ ਉਮਰ ਵੀ ਸਾਡੀ ਬੀਤਦੀ ਜਾ ਰਹੀ ਆ। ਕੋਈ ਪਤਾ ਨਹੀਂ ਕਦੋਂ ਇਸ ਸਵਾਸਾਂ ਰੂਪੀ ਪੂੰਜੀ ਨੇ ਖਤਮ ਹੋ ਜਾਣਾ ਹੈ, ਕੋਈ ਪਤਾ ਨਹੀਂ ਇਸ ਸਰੀਰ ਰੂਪੀ ਘੜੇ ਨੇ ਕਦੋਂ ਟੁੱਟ ਜਾਣਾ ਹੈ, ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ ਇਸ ਗੱਲ ਦਾ। ਇਹ ਸਰੀਰ ਰੂਪੀ ਭਾਂਡੇ ਨੇ ਕਦੋਂ ਟੁੱਟ ਜਾਣਾ, ਇਸ ਗੱਲ ਦਾ ਪਤਾ ਨਹੀਂ ਹੈ। ਬੰਦਾ ਬਹੁਤ ਚੀਜ਼ਾਂ ਸੰਭਾਲ ਕੇ ਰੱਖ ਸਕਦਾ, ਮੈਨੂੰ ਮਾਫ ਕਰਿਓ, ਬਹੁਤ ਚੀਜ਼ਾਂ ਸੰਭਾਲੀਆਂ ਜਾ ਸਕਦੀਆਂ ਨੇ, ਉਮਰ ਸੰਭਾਲਣੀ ਬਹੁਤ ਔਖੀ ਹੈ। ਉਮਰ ਮੀਨਿੰਗ ਕਿ ਆਪਣੀ ਜੀਵਨ ਨੂੰ ਸੰਭਾਲਣਾ। ਜੀਵਨ ਬੰਦਾ ਸੰਭਾਲ ਸਕਦਾ ਹੈ, ਉਮਰ ਦੀ ਸੰਭਾਲ ਕਰ ਸਕਦਾ ਹੈ, ਪਰ ਆਪਣੇ ਆਪ ਸਰੀਰ ਨੂੰ ਦੁਨੀਆ ਤੇ ਕਾਮਯਾਬ ਰੱਖਣਾ, ਇਸ ਸਰੀਰ ਵਿੱਚ ਜਿਹੜੇ ਸਵਾਸ ਨੇ, ਬੰਦਾ ਕਵੇ ਕਿ ਮੈਂ ਇਹਨਾਂ ਤੇ ਵੀ ਆਪਣਾ ਕਬਜ਼ਾ ਕਰ ਸਕਦਾ, ਇਹ ਬੜੀ ਵੱਡੀ ਗੱਲ ਆ। ਬੰਦਾ ਆਪਣੀਆਂ ਬੇਅੰਤ ਚੀਜ਼ਾਂ ਸੰਭਾਲ ਕੇ ਰੱਖ ਸਕਦਾ ਹੈ। ਇਹ ਜੀਵਨ ਦੇ ਅੰਦਰ ਜਿੰਨੀ ਕਮਾਈ ਕਰੇਗਾ, ਜਿੰਨੀ ਮਿਹਨਤ ਕਰੇਗਾ, ਜਿੰਨੇ ਯਤਨ ਕਰੇਗਾ, ਉਹ ਤਾਂ ਠੀਕ ਨੇ ਸਾਰੇ। ਜੇ ਬੰਦਾ ਕਹੇ ਜੀ ਨਹੀਂ ਮੈਂ 70 ਸਾਲ ਆਪਣੀ ਮਰਜ਼ੀ ਨਾਲ ਜਿਉਂ ਕੇ ਜਾਵਾਂਗਾ, 100 ਸਾਲ ਮੈਂ ਆਪਣੀ ਮਰਜ਼ੀ ਨਾਲ ਜਿਉਂ ਕੇ ਜਾਵਾਂਗਾ, ਇਹ ਕਦੇ ਨਹੀਂ ਹੋ ਸਕਦਾ। ਮੈਂ ਕੱਲ੍ਹ ਵੀ ਜਦੋਂ ਵੀਰਾਂ ਨਾਲ ਗੱਲ ਕਰ ਰਿਹਾ ਸੀ, ਮੈਂ ਬੇਨਤੀ ਕੀਤੀ ਸੀ ਕਿ ਅਸੀਂ ਹਰ ਚੀਜ਼ ਨੂੰ ਰੋਕ ਸਕਦੇ ਹਾਂ, ਮੌਤ ਨੂੰ ਨਹੀਂ ਰੋਕਿਆ ਜਾ ਸਕਦਾ। ਬੱਚਾ ਮਾਂ ਦੀ ਗੋਦੀ ਵਿੱਚ ਪਏਗਾ ਤੇ ਉੱਠ ਪਏਗਾ, ਮਾਂ ਦੀ ਗੋਦ ਵਿੱਚ ਬੱਚਾ ਪਿਆ ਹੈ, ਉੱਠ ਸਕਦਾ ਹੈ, ਪਿਤਾ ਦੀ ਗੋਦ ਵਿੱਚ ਪਿਆ ਹੈ, ਉੱਠ ਸਕਦਾ ਹੈ, ਚਾਚਾ ਚਾਚੀ ਤਾਇਆ ਤਾਈ ਭੂਆ ਫੁੱਫੜ ਦੀ ਗੋਦ ਵਿੱਚ ਪਿਆ ਬੱਚਾ ਉੱਠ ਸਕਦਾ ਹੈ। ਜਿੱਦਣ ਇਨਸਾਨ ਮੌਤ ਦੀ ਗੋਦ ਵਿੱਚ ਪੈਂਦਾ ਦੁਬਾਰਾ ਉੱਠਦਾ ਨਹੀਂ ਹੈ, ਕਦੇ ਕਦੇ ਨਹੀਂ ਉੱਠ ਸਕਦਾ। ਔਰ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਆ ਜਿਹੜੀ ਮੌਤ ਦੀ ਗੋਦ ਵਿੱਚੋਂ ਉਠਾ ਲਏ ਬੰਦੇ ਨੂੰ, ਇੱਦਾਂ ਦੀ ਦੁਨੀਆ ਦੀ ਕੋਈ ਤਾਕਤ ਨਹੀਂ। ਜਿੰਨੇ ਲਿਖ ਦਿੱਤੇ ਜੇ ਪੂਰੇ ਹੋ ਗਏ ਆ ਤੇ ਕੋਈ ਰੋਕ ਨਹੀਂ ਸਕਦਾ। ਠੀਕ ਹੈ, ਡਾਕਟਰ ਸਾਡੀ ਬਿਮਾਰੀਆਂ ਦਾ ਇਲਾਜ ਕਰਦੇ ਆ, ਡਾਕਟਰ ਸਾਡੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਆ, ਪਰ ਡਾਕਟਰ ਆਈ ਹੋਈ ਮੌਤ ਨੂੰ ਨਹੀਂ ਰੋਕ ਸਕਦੇ। ਠੀਕ ਹੈ, ਡਾਕਟਰ ਇੱਕ ਰੱਬ ਦਾ ਰੂਪ ਹੈ, ਇਹ ਗੱਲ ਵੱਖਰੀ ਆ ਕਿ ਉਹ ਸਾਡੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਜਿੰਨੀ ਸਾਡੀ ਲਿਖੀ ਹੈ, ਜਿੰਨੀ ਸਾਡੀ ਲਿਖੀ ਹੈ ਉਹਦੇ ਵਿੱਚ ਕਿਤੇ ਸਾਨੂੰ ਬਿਮਾਰੀ ਲੱਗਦੀ ਹੈ, ਡਾਕਟਰ ਸਾਨੂੰ ਠੀਕ ਕਰ ਸਕਦਾ ਹੈ। ਪਰ ਜਿੰਨੀ ਲਿਖੀ ਹੈ ਜੇ ਉਨੀ ਪੂਰੀ ਹੋ ਗਈ ਹੈ ਤੇ ਫਿਰ ਡਾਕਟਰ ਭਾਵੇਂ ਦੁਨੀਆ ਦਾ ਕੋਈ ਬੰਦਾ ਵੀ ਯਤਨ ਕਰਦਾ ਰਹੇ, ਫਿਰ ਰੋਕੀ ਨਹੀਂ ਜਾ ਸਕਦੀ। ਪੂਰੀ ਹੋ ਗਈ ਨਾ ਹੁਣ, ਜਿੰਨੀ ਲਿਖੀ ਸੀ ਉਨੀ ਸੰਬਤ ਸਾਹਾ ਮਿਲ ਕਰ ਪਾਵਨ ਤੇਲ, ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਜਿੰਨੀ ਲਿਖੀ ਆ ਸੰਬਤ ਸਾਹਾ, ਇਹ ਲਿਖਿਆ ਹੋਇਆ ਹੈ। ਉਦਾਹਰਣ ਖੁਸ਼ੀ ਦੀ ਆ, ਗੱਲ ਗਮੀ ਦੀ ਕੀਤੀ ਜਾ ਰਹੀ ਹੈ ਇੱਥੇ। ਜਿੰਨੀ ਲਿਖੀ ਆ ਨਾ, ਜਿੰਨਾ ਲਿਖਿਆ ਹੋਇਆ ਸਾਹਾ, ਬਸ ਉਹਨਾਂ ਕੀ ਆ, ਬਸ ਉਹਦੇ ਤੋਂ ਬਾਅਦ ਵਿੱਚ ਕੱਖ ਨਹੀਂ ਹੈਗਾ। ਤਾਈਓ ਤੇ ਗੁਰੂ ਸਾਹਿਬ ਨੇ ਸ਼ਬਦ ਵਰਤੇ ਆ, ਕਹਿੰਦੇ ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉਂ ਪਾਨੀ। ਹੋਰ ਵੀ ਕਈਆਂ ਥਾਂ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਸੰਗ ਚਲਤ ਹੈ ਹਮ ਭੀ ਚਲਣਾ, ਸਾਡੇ ਵੱਡੇ ਵਡੇਰੇ ਚਲੇ ਗਏ, ਅਸੀਂ ਵੀ ਦੁਨੀਆ ਤੋਂ ਚਲੇ ਜਾਣਾ। ਅੱਛਾ, ਇਸ ਗੱਲ ਦਾ ਬੰਦੇ ਨੂੰ ਪਤਾ ਹੈ ਕਿ ਨਹੀਂ ਹੈ ਭਲਾ, ਕਿ ਸਾਡੇ ਵੱਡੇ ਵਡੇਰੇ ਚਲੇ ਗਏ, ਅਸੀਂ ਵੀ ਚਲੇ ਜਾਣਾ? ਇਸ ਗੱਲ ਦਾ ਬੰਦੇ ਨੂੰ ਪਤਾ ਕਿ ਨਹੀਂ ਪਤਾ? ਭਲਾ ਪਤਾ ਹੈ, ਪਰ ਬੰਦਾ ਫਿਰ ਵੀ ਤਿਆਰੀ ਕਰਨ ਲਈ ਤਿਆਰ ਨਹੀਂ ਹੈ। ਬੰਦੇ ਨੂੰ ਪਤਾ ਹੈ ਕਿ ਜੇ ਸਾਡਾ ਦਾਦਾ ਚਲੇ ਗਿਆ, ਸਾਡਾ ਪਿਤਾ ਚਲੇ ਗਿਆ, ਸਾਡੇ ਚਾਚੇ ਤਾਏ ਚਲੇ ਗਏ, ਚਲੇ ਅਸੀਂ ਵੀ ਜਾਣਾ ਦੁਨੀਆ ਤੇ, ਅਸੀਂ ਵੀ ਸਦਾ ਨਹੀਂ ਰਹਿਣਾ, ਪਰ ਫਿਰ ਵੀ ਬੰਦਾ ਤਿਆਰੀ ਕਰਨ ਲਈ ਤਿਆਰ ਨਹੀਂ ਹੈ। ਸਾਰੇ ਪਰਿਵਾਰ ਦੇ ਜੀ ਤਿਆਰ ਹੋ ਕੇ ਦਰਵਾਜ਼ੇ ਤੋਂ ਬਾਹਰ ਖਲੋਤੇ ਆ, ਬੰਦਾ ਅਜੇ ਵੀ ਨਹਾਉਣ ਵਾਸਤੇ, ਅਜੇ ਵੀ ਨਹਾ ਰਿਹਾ, ਅਜੇ ਵੀ ਨਹਾਉਣ ਵਾਸਤੇ ਕੱਪੜੇ ਜਿਹੜੇ ਆ ਉਹ ਇਕੱਠੇ ਕਰ ਰਿਹਾ, ਕਿਵੇਂ ਨਹਾਉਣਾ ਹੈ। ਧਿਆਨ ਨਾਲ ਸੁਣਿਓ, ਸਾਰੇ ਪਰਿਵਾਰ ਵਾਲੇ ਤਿਆਰ ਹੋ ਕੇ ਬਾਹਰ ਗੱਡੀ 'ਚ ਬੈਠੇ ਆ ਜਾਣ ਵਾਸਤੇ, ਤੇ ਇੱਕ ਮੇਰੇ ਵਰਗਾ ਕੀ ਕਰ ਰਿਹਾ, ਅੰਦਰ ਅਜੇ ਨਹਾਉਣ ਵਾਸਤੇ ਕੱਪੜੇ ਇਕੱਠੇ ਕਰ ਰਿਹਾ। ਤੇ ਸਾਡੇ ਸਮਾਜ ਦੀ ਵੀ ਇਹੋ ਹਾਲਤ ਆ, ਸਾਰੇ ਜਾਣ ਵਾਸਤੇ ਤਿਆਰ ਬੈਠੇ ਆ ਤੇ ਸਾਡੇ ਵਾਲੇ ਅਜੇ ਤਿਆਰੀ ਕਰਨ ਲਈ ਤਿਆਰ ਨਹੀਂ ਬੈਠੇ। ਤਿਆਰੀ ਕਰਨੀ ਤੇ ਜ਼ਰੂਰ ਆ ਨਾ। ਅੱਛਾ, ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਹੁੰਦੀਆਂ ਉਹ ਮੌਤ ਤੋਂ ਘਬਰਾਉਂਦੇ ਨਹੀਂ। ਸੁਣਿਓ ਧਿਆਨ ਦੇ ਨਾਲ,
ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਹੁੰਦੀਆਂ ਨੇ ਉਹ ਕਦੇ ਮੌਤ ਤੋਂ ਘਬਰਾਉਂਦੇ ਨਹੀਂ। ਉਹ ਬਾਬੇ ਕਬੀਰ ਨੂੰ ਆਵਾਜ਼ਾਂ ਮਾਰਦੇ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਕਬੀਰ ਜੇਤੇ ਪਾਪ ਕੀਏ, ਬਾਬੇ ਕਬੀਰ ਨੇ ਜਿੰਨੇ ਪਾਪ ਕੀਤੇ ਆ ਉਹ ਗਿਣ ਕੇ ਰੱਖੇ ਆ ਕਿ ਮੈਂ ਇੰਨੇ ਕੁ ਕੀਤੇ ਆ। ਹੁਣ ਅਸੀਂ ਜਿੰਨੇ ਪੁੰਨ ਕਰਦੇ ਆ ਉਹਨਾਂ ਬਾਰੇ ਤੇ ਸਾਨੂੰ ਪਤਾ, ਸਾਨੂੰ ਪਾਪਾਂ ਬਾਰੇ ਨਹੀਂ ਪਤਾ ਅਸੀਂ ਕਿੰਨੇ ਕੁ ਪਾਪ ਕਰ ਦਿੰਦੇ ਹਾਂ। ਬਾਬਾ ਕਬੀਰ ਏਡੇ ਕਮਾਲ ਦਾ ਯੋਧਾ ਹੈ, ਕਹਿੰਦਾ ਕਬੀਰ ਜੇਤੇ ਪਾਪ ਕੀਏ ਰਾਖੇ ਤਲੈਂ ਦੁਰਾਏ, ਪ੍ਰਗਟ ਭੈ ਨਿਦਾਨ ਸਭ ਜਗ ਪੁੱਛੇ ਧਰਮ ਰਾਏ। ਜਦੋਂ ਧਰਮਰਾਜ ਨੇ ਪੁੱਛਣਾ ਪਾਪ ਕਿੰਨੇ ਕੀਤੇ ਆ, ਮੈਂ ਗਿਣ ਗਿਣ ਕੇ ਦੱਸ ਦੇਣੇ ਕਿ ਇੰਨੇ ਕੀਤੇ ਆ। ਹੁਣ ਸਾਡਿਆਂ ਪਾਪਾਂ ਦੀ ਗਿਣਤੀ ਨਹੀਂ ਹੈ, ਬਾਬੇ ਕਬੀਰ ਦੇ ਪਾਪਾਂ ਦੀ ਗਿਣਤੀ ਹੈ। ਬਾਬਾ ਕਬੀਰ ਇਸ ਕਰਕੇ ਮੌਤ ਤੋਂ ਨਹੀਂ ਡਰਦਾ। ਸਾਡਿਆਂ ਪਾਪਾਂ ਦੀ ਗਿਣਤੀ ਨਹੀਂ ਹੈ, ਬਾਬੇ ਕਬੀਰ ਦੇ ਪਾਪਾਂ ਦੀ ਗਿਣਤੀ ਹੈ। ਬਾਬਾ ਕਬੀਰ ਇਸ ਕਰਕੇ ਨਹੀਂ ਡਰਦਾ। ਅਸੀਂ ਪਤਾ ਕਿਉਂ ਡਰਦੇ ਆ, ਸਾਡੇ ਪੁੰਨ ਕੀਤੇ ਹੋਏ ਉਹਨਾਂ ਦੀ ਗਿਣਤੀ ਹੈ, ਪਰ ਪਾਪਾਂ ਦੀ ਗਿਣਤੀ ਨਹੀਂ, ਕਿੰਨੇ ਕਰ ਛੱਡੇ ਸੀ ਦੁਨੀਆ ਤੇ ਰਹਿ ਕੇ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈਂ ਦੁਰਾਏ, ਪ੍ਰਗਟ ਭੈ ਨਿਦਾਨ ਸਭ ਜਬ ਪੁੱਛੇ ਧਰਮਰਾਜ। ਜਿੱਦਣ ਧਰਮਰਾਜ ਨੇ ਪੁੱਛਣਾ ਮੈਂ ਇੱਕ ਇੱਕ ਕਰਕੇ ਦੱਸ ਦੇਣਾ। ਮੰਨ ਲਓ ਜੇ ਸਾਨੂੰ ਧਰਮਰਾਜ ਪੁੱਛ ਲੈ, ਮੈਨੂੰ ਮਾਫ ਕਰਿਓ, ਜੇ ਕਿਤੇ ਸਾਨੂੰ ਧਰਮਰਾਜ ਪੁੱਛ ਲੈ ਕਿ ਪੁੱਤ ਤੁਸੀਂ ਪਾਪ ਕਿੰਨੇ ਕੀਤੇ, ਤੇ ਅਸੀਂ ਕੀ ਦੱਸਾਂਗੇ ਭਲਾ ਕਿ ਸਾਨੂੰ ਪਤਾ ਨਹੀਂ ਹੈਗਾ। ਸਾਨੂੰ ਪਤਾ ਕਿਉਂ ਨਹੀਂ ਹੈਗਾ, ਕਿਉਂਕਿ ਅਸੀਂ ਪਤਾ ਨਹੀਂ ਆਪਣੀ ਜ਼ਿੰਦਗੀ 'ਚ ਕਿੰਨੇ ਕਰ ਛੱਡੇ, ਸਾਨੂੰ ਇਸ ਕਰਕੇ ਪਤਾ ਹੀ ਨਹੀਂ ਹੈਗਾ। ਬਹੁਤੇ ਕਰ ਛੱਡੇ ਨਾ, ਪਤਾ ਨਹੀਂ ਹੈਗਾ। ਕਿਸੇ ਨੂੰ ਪੁੱਛਿਆ ਜਾਏ ਕਿ ਅੱਜ ਤੋਂ ਤੁਹਾਨੂੰ 10 ਸਾਲ ਪਹਿਲਾਂ ਇਹ ਘਟਨਾ ਵਾਪਰੀ ਸੀ, ਤੁਹਾਨੂੰ ਚੇਤੇ ਆ? ਉਹ ਕਹਿੰਦਾ ਬੜਾ ਲੰਮਾ ਸਮਾਂ ਹੋ ਗਿਆ, ਹੁਣ ਕਿੱਥੇ ਚੇਤੇ ਰਹਿ ਗਈ, ਹੁਣ ਤੇ ਉਹ ਭੁੱਲ ਗਈ ਆ। ਸਮਾਂ ਕਾਫੀ ਹੋ ਗਿਆ ਨਾ, ਪਾਪ ਬਹੁਤੇ ਹੋ ਗਏ ਨਾ, ਸਮਾਂ ਬਹੁਤਾ ਹੋ ਗਿਆ, ਚੀਜ਼ ਭੁੱਲ ਗਈ, ਗੱਲ ਭੁੱਲ ਗਈ, ਪਾਪ ਬਹੁਤੇ ਹੋ ਗਏ, ਇਸ ਕਰਕੇ ਭੁੱਲ ਗਏ ਕਿ ਕੀਤੇ ਕਿੰਨੇ ਆ। ਹੁਣ ਬਾਬੇ ਕਬੀਰ ਤੋਂ ਵਾਰੇ ਬਲਿਹਾਰੇ ਜਾਈਏ ਕਿ ਬਾਬਾ ਕਬੀਰ ਪਾਪ ਵੀ ਗਿਣ ਕੇ ਤੁਰਿਆ ਫਿਰਦਾ। ਇਹਦਾ ਮਤਲਬ ਬਾਬੇ ਕਬੀਰ ਨੇ ਗਿਣਤੀ ਦੇ ਪਾਪ ਕੀਤੇ ਆ, ਅਸੀਂ ਅਣਗਿਣਤ ਕੀਤੇ ਆ, ਤਾਈਓ ਸਾਡੀ ਗਿਣਤੀ ਨਹੀਂ ਹੋ ਰਹੀ। ਬਾਬੇ ਕਬੀਰ ਨੇ ਗਿਣਤੀ ਦੇ ਕੀਤੇ ਆ, ਤਾਈਓ ਬਾਬਾ ਕਬੀਰ ਡਰਦਾ ਨਹੀਂ। ਅਸੀਂ ਅਣਗਿਣਤ ਕੀਤੇ, ਇਸ ਕਰਕੇ ਸਾਨੂੰ ਡਰ ਲੱਗਦਾ। ਬੜੇ ਕਮਾਲ ਦੀ ਗੱਲ ਹੈ। ਕਹਿੰਦੇ ਆ ਜੋਦਨ ਆਵੈ ਸੋਦਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ, ਕਿਉਂ ਸੁੱਤਾ ਹੈ ਬੰਦਿਆ ਤੂੰ, ਜਾਗ ਇਆਨਾ, ਜਾਗਦਾ ਕਿਉਂ ਨਹੀਂ ਹੈ? ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਜੀਵਨ ਨੂੰ ਇਸ ਜਗਤ ਵਿੱਚ ਸੱਚ ਕਰਕੇ ਮੰਨ ਬੈਠਾ ਹੈ, ਪਰ ਇਹ ਸੱਚ ਹੈ ਨਹੀਂ। ਜਿੱਦਣ ਗਵਾਂਢੀਆਂ ਦੇ ਘਰ ਕੋਈ ਮੌਤ ਹੋ ਜਾਂਦੀ ਹੈ, ਸਾਨੂੰ ਇੰਜ ਲੱਗਦਾ ਕਿ ਗਵਾਂਢੀਆਂ ਦਾ ਹੀ ਮਰਿਆ, ਸਾਡਾ ਕਿਹੜਾ ਆਪਣਾ ਮਰਿਆ। ਮੈਨੂੰ ਮਾਫ ਕਰਿਓ, ਗਵਾਂਢੀਆਂ ਘਰ ਅੱਗ ਲੱਗੀ ਹੋਵੇ ਤੇ ਬਹੁਤੀ ਦੇਰ ਨਹੀਂ ਲੱਗਣੀ ਸਾਡੇ ਘਰ ਲੱਗਣ ਲੱਗਿਆ ਵੀ। ਮੈਨੂੰ ਮਾਫ ਕਰਿਓ, ਗਵਾਂਢੀਆਂ ਘਰ ਲੱਗੀ ਹੋਵੇ ਨਾ ਤੇ ਸਾਡੇ ਘਰ ਵੀ ਲੱਗ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਆ। ਗਵਾਂਢੀਆਂ ਦਾ ਬੱਚਾ ਨਸ਼ੇੜੀ ਹੈ ਤੇ ਵੱਡੀ ਗੱਲ ਨਹੀਂ ਕਿ ਸਾਡਾ ਨਾ ਹੋਵੇ, ਸੰਗਤ ਦਾ ਪ੍ਰਭਾਵ ਪੈ ਸਕਦਾ, ਸਾਡਾ ਵੀ ਹੋ ਸਕਦਾ। ਜਦੋਂ ਕੋਈ ਦੁਨੀਆ ਤੋਂ ਮਰ ਜਾਂਦਾ, ਦੁਨੀਆ ਤੋਂ ਚਲਿਆ ਜਾਂਦਾ, ਜਦੋਂ ਅਸੀਂ ਉਹਦੇ ਮਰਨ 'ਤੇ ਜਾਂਦੇ ਹਾਂ ਨਾ, ਅਸੀਂ ਅੰਤਿਮ ਸੰਸਕਾਰ 'ਤੇ ਜਾਂਦੇ ਹਾਂ ਜਾਂ ਅੰਤਿਮ ਅਰਦਾਸ 'ਤੇ ਜਾਂਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਜੇ ਇਹ ਚਲੇ ਗਿਆ ਤੇ ਚਲੇ, ਅਸੀਂ ਵੀ ਜਾਣਾ ਹੈ। ਦੁਨੀਆ ਤੇ ਬੰਦਾ ਆਇਆ, ਦੁਨੀਆ ਤੋਂ ਚਲੇ ਗਿਆ, ਫਰਕ ਥੋੜ੍ਹੀ ਪੈਂਦਾ। ਸਰੀਰ ਸਾਨੂੰ ਵੀ ਮਿਲਿਆ, ਸਰੀਰ ਕੁੱਕਰ ਨੂੰ ਵੀ ਮਿਲਿਆ, ਸਰੀਰ ਗਧੇ ਨੂੰ ਵੀ ਮਿਲਿਆ, ਸਰੀਰ ਖੋਤੇ ਨੂੰ ਵੀ ਮਿਲਿਆ, ਸਰੀਰ ਜਾਨਵਰਾਂ ਨੂੰ ਵੀ ਮਿਲਿਆ ਹੀ ਹੈ, ਸਰੀਰ ਸਾਨੂੰ ਵੀ ਮਿਲਿਆ ਹੈ। ਜਾਨਵਰ ਵਿਚਾਰੇ ਦੁਨੀਆ ਤੇ ਰਹਿ ਕੇ ਕੁਝ ਕਰ ਨਹੀਂ ਸਕਦੇ, ਬੰਦਾ ਦੁਨੀਆ ਤੇ ਰਹਿ ਕੇ ਬਹੁਤ ਕੁਝ ਕਰ ਸਕਦਾ, ਪਰ ਇਹਨੇ ਵੀ ਕਰਨ ਦਾ ਯਤਨ ਨਹੀਂ ਕੀਤਾ। ਤਾਈਓ ਬਾਣੀ ਵਿੱਚ ਇਹਨੂੰ ਜਾਨਵਰ ਬਾਣੀ, ਬੰਦੇ ਨੂੰ ਜਾਨਵਰ ਕਹਿ ਕੇ ਪੁਕਾਰਿਆ ਗਿਆ। ਅੱਛਾ, ਇੱਕ ਬੇਨਤੀ ਕਰਾਂ ਸਾਧ ਸੰਗਤ, ਜਿਹੜਾ ਜਾਨਵਰ ਹੈ ਨਾ, ਜਿਹੜਾ ਗਾਂ ਦੁੱਧ ਦਿੰਦੀ ਹੋਵੇ ਜਾਂ ਮੱਝ ਦੁੱਧ ਦਿੰਦੀ ਹੋਵੇ ਨਾ, ਤੇ ਜਿਹੜਾ ਬੰਦਾ ਕੱਖ ਨਾ ਕਰਦਾ ਹੋਵੇ, ਉਹਦੇ ਨਾਲੋਂ ਗਾਂ ਤੇ ਮੱਝ ਚੰਗੀ ਹੈ। ਚੰਗੀ ਹੈ ਕਿ ਨਹੀਂ ਭਲਾ? ਜੇ ਉਹ ਖਲ ਖਾਂਦੀ ਹੈ, ਜੇ ਉਹ ਚਾਰਾ ਖਾਂਦੀ ਹੈ, ਜੇ ਉਹ ਕੁਝ ਖਾਂਦੀ ਹੈ, ਤੇ ਪਿਆਰਿਓ ਕੀ ਕਰਦੀ ਹੈ ਜੀ ਭਲਾ? ਦੁੱਧ ਵੀ ਤੇ ਦਿੰਦੀ ਹੈ ਨਾ। ਬੰਦੇ ਨੇ ਖਾਣ ਤੇ ਟੱਕ ਰੱਖਿਆ, ਪਰ ਕੁਝ ਕਰਨ ਤੇ ਟੱਕ ਨਹੀਂ ਰੱਖਿਆ। ਘਰ ਵਿੱਚ ਜਦੋਂ ਪੁੱਤਰ ਹੁੰਦੇ ਨੇ ਨਾ, ਜੇ ਪੁੱਤ ਕਮਾਈ ਨਾ ਕਰਨ ਤੇ ਸਿਆਣੀ ਮਾਂ, ਸਿਆਣੀ ਦਾਦੀ ਪਤਾ ਕੀ ਕਹਿੰਦੀ ਹੈ? ਕਹਿੰਦੀ ਜਾਨਵਰਾਂ ਕੁਝ ਕਰ ਲਿਆ ਕਰ, ਜਾਨਵਰਾਂ ਕੁਝ
ਕਰ ਲਿਆ ਕਰ। ਤੇ ਜੇ ਜਾਨਵਰ ਬੋਲਦੇ ਹੋਣ ਨਾ ਤੇ ਜਾਨਵਰ ਨੇ ਬੋਲ ਕੇ ਆਖਣਾ ਮਾਤਾ ਇਹਦੀ ਤੁਲਨਾ ਮੇਰੇ ਨਾਲ ਨਾ ਕਰ, ਇਹਦੀ ਤੁਲਨਾ ਮੇਰੇ ਨਾਲ ਨਾ ਕਰ, ਮੈਂ ਇਹਦੇ ਵਰਗੀ ਨਹੀਂ ਆ। ਜੇ ਤੁਸੀਂ ਮੈਨੂੰ ਵੰਡ ਪਾਉਂਦੇ ਹੋ, ਮੈਨੂੰ ਖਲ ਪਾਉਂਦੇ ਹੋ, ਮੈਨੂੰ ਕੁਝ ਨਾ ਕੁਝ ਦਿੰਦੇ ਹੋ ਤੇ ਮੈਂ ਤੁਹਾਨੂੰ ਦੁੱਧ ਦੇਣੀ ਆ। ਇਹਨੂੰ ਤੇ ਤੁਸੀਂ ਸਾਰਾ ਕੁਝ ਖਵਾਈ ਜਾਂਦੇ ਤੇ ਤੁਹਾਨੂੰ ਦਿੰਦਾ ਵੀ ਕੱਖ ਨਹੀਂ। ਇਸ ਕਰਕੇ ਮੇਰੀ ਇਹਦੇ ਨਾਲ ਤੁਲਨਾ ਨਾ ਕਰੋ, ਮੈਂ ਇਹਦੇ ਨਾਲੋਂ 100 ਗੁਣਾ ਚੰਗੀ ਆ। ਜੇ ਮੈਂ ਕੁਝ ਖਾਂਦੀ ਆ ਤੇ ਮੈਂ ਦਿੰਦੀ ਆ। ਜੇ ਕਿਤੇ ਜਾਨਵਰ ਬੋਲਦੇ ਹੋਣ ਉਹ ਬੋਲ ਕੇ ਕਹਿ ਸਕਦੇ ਆ, ਪਰ ਉਹ ਵਿਚਾਰੇ ਬੋਲਦੇ ਨਹੀਂ, ਇਸ ਕਰਕੇ ਕਹਿ ਨਹੀਂ ਸਕਦੇ। ਨਹੀਂ ਤਾਂ ਉਹ ਬੋਲ ਕੇ ਕਹਿ ਦੇਣ ਕਿ ਮਾਤਾ ਇਹ ਜਿਹੜਾ ਕੁਝ ਨਹੀਂ ਨਾ ਕਰਦਾ ਇਹਦੇ ਨਾਲ ਮੇਰੀ ਤੁਲਨਾ ਨਾ ਕਰਿਆ ਕਰ, ਕਿਉਂਕਿ ਇਹ ਕੁਝ ਕਰਦਾ ਨਹੀਂ ਤੇ ਮੈਂ ਕੁਛ ਨਾ ਕੁਛ ਤੇ ਤੁਹਾਨੂੰ ਦੇਣੀ ਆ ਨਾ। ਜਿਹੜੇ ਤੁਸੀਂ ਚਾਹ ਪੀਂਦੇ ਹੋ, ਦੁੱਧ ਪੀਂਦੇ ਹੋ, ਦਹੀਂ ਖਾਂਦੇ ਹੋ, ਇਹ ਮੇਰਾ ਹੀ ਤੇ ਦਿੱਤਾ ਹੋਇਆ ਸਾਰਾ ਕੁਝ ਤੁਹਾਨੂੰ। ਖੈਰ ਗੁਰੂ ਕਿਰਪਾ ਕਰੇ। ਬੰਦਾ ਇਸ ਜਗਤ ਦੇ ਵਿੱਚ ਇਸ ਜੀਵਨ ਨੂੰ ਸੱਚ ਕਰਕੇ ਮੰਨ ਬੈਠਾ ਹੈ, ਜੀਵਨ ਸੱਚਮੁੱਚ ਸਾਡਾ ਨਹੀਂ ਹੈ। ਜੀਵਨ ਤੇ ਸਾਡਾ ਕੋਈ ਹੱਕ ਨਹੀਂ। ਅਸੀਂ ਚੀਜ਼ਾਂ ਤੇ ਹੱਕ ਜਤਾਉਂਦੇ ਹਾਂ, ਬੰਦੇ ਨੂੰ ਆਪਣੇ ਆਪ ਤੇ ਹੱਕ ਨਹੀਂ ਜਤਾਉਣਾ ਚਾਹੀਦਾ। ਇਹ ਨਹੀਂ ਕਹਿਣਾ ਚਾਹੀਦਾ ਕਿ ਸਰੀਰ ਮੇਰਾ ਹੈ, ਦੂਜਾ ਚਲਿਆ ਗਿਆ ਦੁਨੀਆ ਤੋਂ। ਜੇ ਦੂਜਾ ਗਿਆ ਹੈ ਤੇ ਪੁੱਤ ਤਿਆਰੀ ਤੈਨੂੰ ਵੀ ਕਰ ਲੈਣੀ ਚਾਹੀਦੀ ਹੈ। ਤੇਰਾ ਵੀ ਕੋਈ ਪਤਾ ਨਹੀਂ ਤੂੰ ਕਦੋਂ ਦੁਨੀਆ ਤੋਂ ਚਲਿਆ ਜਾ, ਇਸ ਗੱਲ ਦਾ ਕੋਈ ਪਤਾ ਨਹੀਂ ਹੈ ਤੈਨੂੰ ਕਦੋਂ ਦੁਨੀਆ ਤੋਂ ਜਾਣਾ ਪਏ। ਤਾਈਓ ਤੇ ਬਾਣੀ ਵਿੱਚ ਸ਼ਬਦ ਆਖਿਆ, ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਕੁਝ ਸਮੇਂ ਦੇ ਲਈ ਸੰਸਾਰ ਦੇ ਜੰਜਾਲਾਂ ਨੂੰ ਛੱਡ ਕੇ, ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਸਮਾਂ ਕੱਢ ਕੇ ਰੱਬ ਦੇ ਲੇਖੇ ਵਿੱਚ ਲਾ ਲੈ, ਤਾਂ ਕਿ ਤੂੰ ਦੁਨੀਆ 'ਤੇ ਸੁਰਖਰੂ ਹੋ ਸਕੇ, ਤੇਰਾ ਵੀ ਦੁਨੀਆ 'ਤੇ ਨਾਮ ਹੋ ਸਕੇ। ਦੁਨੀਆ 'ਤੇ ਬੰਦਾ ਆਉਂਦਾ, ਦੁਨੀਆ ਤੋਂ ਇੱਦਾਂ ਹੀ ਵਾਪਸ ਚਲਿਆ ਜਾਂਦਾ। ਮੈਨੂੰ ਮਾफ़ ਕਰਿਓ, ਮੈਂ ਇਸ ਗੱਲ ਨੂੰ ਜੀਵਨ ਨਹੀਂ ਮੰਨਦਾ। ਜਿੰਨਾ ਕੁ ਮੈਨੂੰ ਤਜਰਬਾ ਹੈ ਨਾ, ਮੈਂ ਇਸ ਨੂੰ ਜੀਵਨ ਨਹੀਂ ਮੰਨਦਾ ਕਿ ਬੰਦਾ ਦੁਨੀਆ 'ਤੇ ਆਇਆ, ਰੋਟੀਆਂ ਖਾਧੀਆਂ, ਆਪਣਾ ਕੰਮਕਾਰ ਕੀਤਾ, ਦੁਨੀਆ ਤੋਂ ਚਲਿਆ ਗਿਆ, ਕੌਮ ਵਾਸਤੇ ਕੁਝ ਨਹੀਂ ਕੀਤਾ, ਮਜ਼ਹਬ ਵਾਸਤੇ ਕੁਝ ਨਹੀਂ ਕੀਤਾ, ਦੇਸ਼ ਵਾਸਤੇ ਕੁਝ ਨਹੀਂ ਕੀਤਾ। ਮੈਨੂੰ ਮਾफ़ ਕਰਿਓ, ਮੈਨੂੰ ਜ਼ਿੰਦਗੀ ਨਹੀਂ ਮੰਨਦਾ। ਤੁਸੀਂ ਭਾਵੇਂ ਮੰਨਦੇ ਹੋ, ਮੈਂ ਇਹਨੂੰ ਜੀਵਨ ਨਹੀਂ ਮੰਨਦਾ। ਜੇ ਇਹ ਜੀਵਨ ਹੈ ਤੇ ਜੀਵਨ ਪਸ਼ੂਆਂ ਕੋਲ ਵੀ ਹੈ, ਜੀਵਨ ਪੰਛੀਆਂ ਦੇ ਕੋਲ ਵੀ ਹੈ। ਫਿਰ ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੋਇਆ? ਪਰ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਹਨਾਂ ਪੰਕਤੀਆਂ ਦੇ ਅਰਥ ਕੀ ਕਰੋਗੇ ਫਿਰ ਤੁਸੀਂ? ਬੰਦੇ ਦੀ ਦੁਨੀਆ ਤੇ ਸਰਦਾਰੀ ਹੈ, ਹੋਰ ਜੂਨਾਂ ਬੰਦੇ ਦਾ ਪਾਣੀ ਭਰਦੀਆਂ ਨੇ। ਪਰ ਅੱਜ ਵੇਖ ਲਓ ਤੁਸੀਂ, ਅੱਜ ਜਾਨਵਰ ਤੇ ਬੰਦੇ 'ਚ ਕੋਈ ਫਰਕ ਹੀ ਨਹੀਂ ਹੈ। ਗੁੱਸਾ ਨਾ ਕਰਿਓ, ਜਿੰਨਾ ਤੇ ਢੁਕਦੀ ਹੈ ਉਹਨਾਂ ਵਾਸਤੇ ਠੀਕ ਹੈ, ਨਹੀਂ ਤਾਂ ਸਾਰਿਆਂ ਵਾਸਤੇ ਨਹੀਂ ਹੈ ਇਹ ਗੱਲਾਂ। ਜਿਹੜਾ ਦੇਸ਼ ਵਾਸਤੇ ਜਾ ਰਿਹਾ ਹੈ, ਜਿਹੜਾ ਕੌਮ ਵਾਸਤੇ ਜਾ ਰਿਹਾ ਹੈ, ਉਹ ਬੜਾ ਮਹਾਨ ਹੈ। ਜਿਹਨੇ ਦੇਸ਼ ਕੌਮ ਵਾਸਤੇ ਕੁਝ ਕੀਤਾ ਹੈ, ਜਿਹਨੇ ਆਪਣੇ ਮਜ਼ਹਬ ਵਾਸਤੇ, ਧਰਮ ਵਾਸਤੇ ਕੁਝ ਕੀਤਾ ਹੈ, ਉਹਨੂੰ ਮੈਂ ਅਸਲ ਮੰਨਦਾ ਕਿ ਉਹ ਸੱਚਮੁੱਚ ਜਿਉਂ ਕੇ ਗਿਆ ਜ਼ਿੰਦਗੀ। ਤੇ ਜੇ ਕੋਈ ਕਵੇ ਕਿ ਨਹੀਂ ਸੀ ਅਸੀਂ ਵੀ ਜਿਉਂ ਰਹੇ ਹਾਂ, ਅਸੀਂ ਜਿਉਂ ਨਹੀਂ ਰਿਹਾ, ਬਸ ਅਸੀਂ ਰੋਂਦੇ ਕਰਲਾਉਂਦੇ ਸਮਾਂ ਪਾਸ ਕਰ ਰਹੇ ਹਾਂ ਤੇ ਅਸੀਂ ਦੁਨੀਆ ਤੋਂ ਚਲੇ ਜਾਣਾ। ਸਾਡਾ ਮੁੜ ਕੇ ਕਿਸੇ ਨੇ ਨਾਮ ਵੀ ਨਹੀਂ ਲੈਣਾ, ਸਾਨੂੰ ਕਿਹਨੇ ਪੁੱਛਣਾ ਹੈ ਜੀ ਭਲਾ। ਇੱਕ ਬੇਨਤੀ ਕਰਾਂ, ਜਿੰਨਾ ਚਿਰ ਤੱਕ ਤੁਸੀਂ ਪਰਿਵਾਰ ਵਾਸਤੇ ਕਰਦੇ ਹੋ, ਪਰਿਵਾਰ ਉਨਾ ਚਿਰ ਤੱਕ ਚੇਤੇ ਕਰਦਾ। ਜਿੱਦਣ ਤੁਸੀਂ ਮਰ ਜਾਂਦੇ ਹੋ, ਸਾਲ ਬਾਅਦ ਤੁਹਾਡੀ ਘਰ 'ਚੋਂ ਫੋਟੋ ਵੀ ਨਹੀਂ ਲੱਭਦੀ। ਅਗਲੇ ਕਹਿੰਦੇ ਹੁਣ ਇਹਦਾ ਕੀ ਕਰਨਾ ਭਲਾ। ਜਿੰਨਾ ਪੁੱਤਾਂ ਧੀਆਂ ਵਾਸਤੇ ਅਸੀਂ ਕਰਦੇ ਹਾਂ, ਕਰਨਾ ਚਾਹੀਦਾ ਹੈ। ਪਰ ਤੁਸੀਂ ਧਿਆਨ ਨਾਲ ਗੱਲ ਵੀ ਸੁਣ ਲਿਓ, ਮੈਂ ਇਸ ਕਰਕੇ ਕਹਿ ਰਿਹਾ, ਇਹ ਨਹੀਂ ਕਿ ਕਰਨਾ ਨਹੀਂ ਚਾਹੀਦਾ, ਕਰਨਾ ਵੀ ਚਾਹੀਦਾ। ਦੂਜੇ ਪਾਸੇ ਵੀ ਤਿਆਰੀ ਕਰਨੀ ਚਾਹੀਦੀ ਹੈ। ਦੂਜਾ ਪਾਸਾ ਮੀਨਿੰਗ ਕਿ ਰੱਬ ਵਾਲੇ ਪਾਸੇ, ਨਾਮ ਬੰਦਗੀ ਵਾਲੇ ਪਾਸੇ, ਸੇਵਾ ਸਿਮਰਨ ਵਾਲੇ ਪਾਸੇ, ਚੰਗੇ ਗੁਣਾਂ ਵਾਲੇ ਪਾਸੇ, ਦੇਸ਼ ਕੌਮ ਦੇ ਲਈ ਕੁਝ ਨਾ ਕੁਝ ਸਮਾਂ ਇਸ ਪਾਸੇ ਵੀ ਦੇਣਾ ਚਾਹੀਦਾ ਹੈ। ਜਿੰਨਾ ਬੱਚਿਆਂ ਲਈ ਅਸੀਂ ਕਰਦੇ ਹਾਂ, ਮਾफ़ ਕਰਿਓ, ਸਾਲਾਂ 2 ਸਾਲਾਂ ਬਾਅਦ ਉਹ ਸਾਡੇ ਘਰ ਦੇ ਵਿੱਚੋਂ ਸਾਡੀ ਫੋਟੋ ਨਹੀਂ ਲੱਭਦੀ। ਜਿਹੜਾ ਬਜ਼ੁਰਗ ਮਰ ਗਿਆ, ਕਿਤੇ 4 ਸਾਲਾਂ ਬਾਅਦ ਵਾਪਸ ਆ ਜਾਏ, ਆਖੇ ਪੁੱਤ ਦਿਖਾਓ ਮੇਰੀ ਫੋਟੋ ਕਿੱਥੇ। ਅਗਲੇ ਕਹਿੰਦੇ ਫੋਟੋਆਂ ਗਈਆਂ ਤੇਰੀਆਂ ਰੂੜੀ ਤੇ, ਫੋਟੋਆਂ ਗਈਆਂ ਤੇਰੀਆਂ ਡਸਟਬਿਨ ਦੇ ਵਿੱਚ, ਹੁਣ ਕਿੱਥੇ ਰੱਖੀਆਂ ਫੋਟੋਆਂ ਤੇਰੀਆਂ? ਅੱਗ ਲਾ ਕੇ ਸਾੜਤੀਆਂ। ਤੂੰ ਨਹੀਂ ਹੈਗਾ, ਤੇਰੀਆਂ ਫੋਟੋਆਂ ਕੀ ਕਰਨੀਆਂ? ਐਡੇ ਵੱਡੇ ਬਣਾਏ ਹੋਏ ਪਿਓ ਦੇ ਘਰ ਵਿੱਚ ਪਿਓ ਦੀ ਫੋਟੋ ਨਹੀਂ ਲੱਭਦੀ। ਇਹਦਾ ਮਤਲਬ ਹੈ ਸਾਡੇ ਨਾਲ ਸਵਾਰਥ ਕਰਕੇ ਲੋਕੀ ਜੁੜੇ ਆ, ਸਾਡੇ ਨਾਲ ਅੰਦਰੂਨੀ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ। ਮੈਂ ਤਾਂ ਅਕਸਰ ਸਿੱਧਾ ਕਹਿੰਦਾ ਹੁੰਦਾ, ਭਾਵੇਂ ਕਿਸੇ ਨੂੰ ਚੰਗਾ ਲੱਗੇ ਭਾਵੇਂ ਨਾ, ਮੈਂ ਕਹਿੰਦਾ ਹੁੰਦਾ ਦੂਜੇ ਦੇ ਮਰੇ ਤੇ ਜਾ ਕੇ ਜੇ ਬੰਦਾ ਰੋਂਦਾ ਹੈ ਤੇ ਬੰਦਾ ਪਖੰਡ ਕਰ ਰਿਹਾ। ਕੋਈ ਵਿਰਲਾ ਹੈ ਜਿਹਨੂੰ ਦੂਜੇ ਦੇ ਮਰੇ ਦਾ ਦਰਦ ਹੋਵੇ, ਕੋਈ ਵਿਰਲਾ ਹੈ ਜਿਹਨੂੰ ਦੂਜੇ ਦੇ ਮਰੇ ਦਾ ਦਰਦ ਹੋਵੇ, ਕੋਈ ਵਿਰਲਾ ਹੈ। ਨਹੀਂ ਤਾਂ ਲੋਕੀ ਪਖੰਡ ਕਰਦੇ ਆ, ਕਿਉਂਕਿ ਰੋਣਾ ਪੈਂਦਾ ਨਾ, ਲੋਕਾਂ ਚਾਰੀ ਗੱਲ ਕੰਮ ਕਰਨਾ ਪੈਂਦਾ ਹੈ।
ਪੁੱਤਰ ਨੂੰ ਇਸ ਕਰਕੇ ਦੁੱਖ ਹੁੰਦਾ ਕਿ ਪਿਓ ਦੇ ਨਾਲ ਕੁਝ ਸਵਾਰਥ ਜੁੜਿਆ ਹੀ, ਤੇ ਜੇ ਪੁੱਤ ਦੇ ਹੁੰਦਿਆਂ ਪਿਤਾ ਚੜ੍ਹਾਈ ਕਰ ਜਾਏ ਜਾਂ ਪਿਤਾ ਦੇ ਹੁੰਦਿਆਂ ਪੁੱਤ ਚੜ੍ਹਾਈ ਕਰ ਜਾਏ, ਇਸ ਕਰਕੇ ਦਰਦ ਹੁੰਦਾ ਹੈ ਕਿ ਕੁਝ ਸਵਾਰਥ ਜੁੜਿਆ ਸੀ। ਮੈਂ ਕੋਲੋਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ। ਕਿਹਦੀ ਗੱਲ ਕੀਤੀ ਹੈ ਜੀ ਭਲਾ? ਕਿਸੇ ਇੱਕ ਅੱਧੇ ਦੀ ਗੱਲ ਕੀਤੀ ਹੈ, ਦੂਜਿਆਂ ਦੀ ਗੱਲ ਕੀਤੀ ਹੈ ਕਿ ਆਪਣਿਆਂ ਦੀ ਵੀ ਗੱਲ ਕੀਤੀ ਹੈ? ਬਿਪਤ ਪਰੀ ਸਭ ਹੀ, ਸਭ ਹੀ, ਸਾਰੇ ਹੀ ਮਤਲਬ ਆਪਣੇ ਵੀ। ਅੱਛਾ ਇੱਕ ਉਦਾਹਰਣ ਹੋਰ ਦਿੰਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਹੜੇ ਕਿਹੜੇ ਜੀ ਭਲਾ ਸੁਣਿਓ ਧਿਆਨ ਦੇ ਨਾਲ, ਹੁਣ ਕਿਹੜੇ ਕਿਹੜੇ ਸਾਡੇ ਨੇੜੇ ਹੁੰਦੇ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨੇ ਕਉ, ਇਹ ਅਚਰਜ ਹੈ ਰੀਤ। ਇੱਕ ਹੋਰ ਸੁਣਿਓ ਧਿਆਨ ਦੇ ਨਾਲ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ, ਜਿਉ ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕੋ ਕਾਕਾ। ਮੌਤ ਵਾਲਾ ਦਿਨ ਨੇੜੇ ਆ ਰਿਹਾ ਹੈ, ਮਾਤ ਪਿਤਾ ਭਾਈ ਸੁਤ ਬਨਤਾ, ਇਹ ਪੰਜੇ ਰਿਸ਼ਤੇ ਬੜੇ ਨੇੜੇ ਵਾਲੇ ਰਿਸ਼ਤੇ ਗਣਾਏ ਆ। ਇਹਦਾ ਮਤਲਬ ਜੇ ਇਹ ਨਹੀਂ ਆਪਣੇ ਹੋ ਸਕਦੇ ਫਿਰ ਦੂਜਾ ਕਿਵੇਂ ਆਪਣਾ ਹੋਏਗਾ? ਮਾਤਾ ਵੀ ਨੇੜੇ ਵਾਲਾ ਰਿਸ਼ਤਾ ਹੀ ਹੈ ਮਾਂ ਦਾ। ਮਾਤ ਪਿਤਾ ਭਾਈ ਸੁਤ ਪੁੱਤਰ ਬਨਤਾ ਇਸਤਰੀ, ਇਹ ਪੰਜੇ ਰਿਸ਼ਤੇ ਨੇੜੇ ਵਾਲੇ ਰਿਸ਼ਤੇ ਆ। ਪਰ ਪਿਆਰਿਓ ਜਿੱਦਣ ਵਿਪਤਾ ਪੈਂਦੀ ਹੈ ਵੀ ਛੱਡ ਕੇ ਚਲੇ ਜਾਂਦੇ ਆ। ਸੁਖ ਮਿਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨ ਆਵਤ, ਨੇਰਾ ਘਰ ਕੀ ਨਾਰ, ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇ ਹੋਂ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨ ਆਇਓ। ਸੁਖ ਮਿਆਨ ਬਹੁਤ ਮਿਲ ਬੈਠਤ, ਇੱਕ ਅੱਧੇ ਨਹੀਂ ਬਹੁਤ ਸਾਰੇ, ਬਿਪਤ ਪਰੀ ਸਭ ਹੀ ਸੰਗ, ਸਭ ਹੀ ਸਾਰੇ। ਇਸੇ ਕਰਕੇ ਅੱਜ ਦੇ ਸ਼ਬਦ ਵਿੱਚ ਆਖਿਆ ਗਿਆ ਮਤ ਭੁੱਲੈ ਰੇ ਮਨ, ਇਸੇ ਕਰਕੇ ਆਖਿਆ ਗਿਆ ਜਿਨ੍ਹਾਂ ਨਾਲ ਸੰਬੰਧ ਬਣਾ ਕੇ ਬੈਠਾ, ਜਿਨ੍ਹਾਂ ਨੂੰ ਆਪਣੇ ਸਮਝ ਕੇ ਬੈਠਾ, ਇਹ ਛੱਡਣ ਲੱਗਿਆ ਇੱਕ ਮਿੰਟ ਵੀ ਨਹੀਂ ਲਾਉਣਗੇ। ਤਾਈਓ ਅੱਜ ਦੇ ਸ਼ਬਦ ਦਾ ਰਹਾ ਵਾਲਾ ਬੰਦ ਹੈ, ਮਤ ਭੁੱਲੈ ਰੇ ਮਨ, ਹੇ ਮਨ ਨਾ ਭੁੱਲ, ਮਤ ਭੁੱਲੈ ਰੇ ਮਨ, ਚੇਤ ਹਰੀ, ਚੇਤੇ ਕਰ। ਚੇਤੇ ਕਰਨਾ ਹੀ ਸਾਡੇ ਲਈ ਜ਼ਰੂਰੀ ਹੈ। ਜੇ ਚੇਤੇ ਵਿੱਚ ਹੋਏਗਾ ਚਿੰਤਾ ਨਹੀਂ ਹੋਏਗੀ। ਜਿੱਦਣ ਚੇਤੇ ਤੋਂ ਚਲਿਆ ਜਾਂਦਾ ਹੈ ਚਿੰਤਾ ਪ੍ਰਵੇਸ਼ ਕਰ ਜਾਂਦੀ ਹੈ, ਔਰ ਚਿੰਤਾ ਬੰਦੇ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਜਿੰਨਾ ਚਿਰ ਤੱਕ ਰੱਬ ਚੇਤੇ ਵਿੱਚ ਹੈ ਚਿੰਤਾ ਨਹੀਂ ਹੈ। ਜਿੱਦਣ ਚਿੰਤਾ ਆ ਗਈ, ਜਿੱਦਣ ਚੇਤੇ ਚੋਂ ਨਿਕਲ ਗਿਆ ਉਦਣ ਚਿੰਤਾ ਆ ਗਈ, ਜਿੱਦਣ ਚਿੰਤਾ ਆ ਗਈ ਉਦਣ ਜੀਵਨ ਕਿਸੇ ਕੰਮ ਦਾ ਨਹੀਂ। ਧਿਆਨ ਨਾਲ ਸੁਣਿਓ, ਨੁਕਤਾ ਬੜਾ ਪਿਆਰਾ ਜੇ। ਚੇਤੇ ਵਿੱਚ ਰੱਬ ਰਹੇਗਾ ਚਿੰਤਾ ਨਹੀਂ ਹੋਏਗੀ। ਪਰ ਫਿਰ ਬੰਦੇ ਦੀ ਹੋ ਗਿਆ ਚਿੰਤਾ ਤਾ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤੂ ਪਾਇਨ, ਤਿੰਨਾ ਪੇ ਰੋਜੀ ਦੇ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ। ਦਾਣਾ ਪਾਣੀ ਇਹ ਸਾਰਾ ਕੁਝ ਰੱਬ ਦਾ ਹੈ, ਰੱਬ ਨੇ ਦੇ ਦੇਣਾ ਹੈ। ਜੇ ਜੀਵਾਂ ਨੂੰ, ਜੇ ਪਸ਼ੂ ਪੰਛੀਆਂ ਨੂੰ ਦੇ ਰਿਹਾ ਹੈ, ਜੇ ਜਲ ਵਿੱਚ ਰਹਿੰਦੇ ਜੀਵਾਂ ਨੂੰ ਦੇ ਰਿਹਾ ਹੈ, ਤੇ ਸਾਨੂੰ ਕਿਉਂ ਨਹੀਂ ਦੇਗਾ? ਧਿਆਨ ਨਾਲ ਸੁਣਿਓ, ਮਤ ਭੁੱਲੈ ਰੇ ਮਨ, ਚੇਤ ਹਰੀ, ਚੇਤੇ ਕਰ। ਬਿਨ ਗੁਰ ਮੁਕਤ ਨਾਹੀ ਤਰੈ ਲੋਈ, ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈਗੀ। ਕਿ ਹੈਗੀ ਹੈ ਜੀ ਭਲਾ? ਨਹੀਂ ਹੈ। ਗੁਰਮੁਖ ਪਾਈਐ ਨਾਮ ਹਰੀ, ਇੱਥੇ ਖੱਖੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਗੁਰੂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਨੂੰ ਪਾਇਆ ਜਾ ਸਕਦਾ ਹੈ। ਕਿਉਂਕਿ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾਲਾਹੀਏ ਅੰਤ ਨਾ ਪਾਰਾਵਾਰ। ਗੁਰੂ ਬਖਸ਼ਿਸ਼ ਕਰੇ।
ਇਸ ਪਾਵਨ ਸ਼ਬਦ ਦੇ ਰਾਹ ਵਾਲੇ ਬੰਦ ਦੀ ਵਿਚਾਰ ਅੱਜ ਕੀਤੀ ਹੈ। ਰਹਿੰਦੇ ਹੋਏ ਬੰਦਾਂ ਨੂੰ ਕੱਲ ਦੇ ਦੀਵਾਨ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ। ਪੁੱਲਾਂ ਝੋਲੀ 'ਚ ਪਾਇਓ, ਚੰਗਾ ਲੱਗਾ ਸ਼ਬਦ ਹਿਰਦੇ ਵਿੱਚ ਵਸਾਇਓ। ਤਿਆਰੀ ਕਰੀਏ ਸਾਧ ਸੰਗਤ, ਦੁਨੀਆ ਤੋਂ ਹਰੇਕ ਨੇ ਚਲੇ ਜਾਣਾ ਹੈ। ਤਿਆਰੀ ਕਰਨ ਵਾਲਾ ਮਨੁੱਖ ਕਦੇ ਘਬਰਾਇਆ ਨਹੀਂ ਕਰਦਾ। ਸਾਧ ਸੰਗਤ ਬੁਲੰਦ ਆਵਾਜ਼ ਅੰਦਰ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।